ਇਹ ਪਾਵਨ ਸ਼ਲੋਕ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਗਿਆ ਹੈ। ਇਸ ਸ਼ਲੋਕ ਦੇ ਰਾਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੀ ਖੂਬਸੂਰਤ ਸਿੱਖਿਆ ਸਾਨੂੰ ਦਿੱਤੀ ਹੈ। ਪਾਤਸ਼ਾਹ ਜੀ ਦੇ ਬਚਨ ਨੇ, ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਹੀ, ਨਾਨਕ ਇਵੇਂ ਜਾਣੀਐ ਤਿਤ ਮੁਖ ਥੁੱਕਾਂ ਪਾਹੀ। ਹੁਣ ਅਸੀਂ ਇਹ ਗੱਲ ਭਲੀ ਭਾਂਤ ਜਾਣਦੇ ਹਾਂ ਕਿ ਜੇਕਰ ਮਨੁੱਖ ਦੇ ਜੀਵਨ ਦੇ ਵਿੱਚ ਗੁਣ ਨਾ ਰਹਿ ਜਾਣ ਤਾਂ ਮਨੁੱਖ ਨਹੀਂ ਰਹਿ ਜਾਂਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਖਿਆ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਤੂਤਾਂ ਉਸ ਦੀਆਂ ਪਸ਼ੂਆਂ ਵਾਲੀਆਂ ਹੋ ਜਾਂਦੀਆਂ ਨੇ। ਜੇਕਰ ਗੁਣ ਜੀਵਨ ਦੇ ਵਿੱਚ ਨਾ ਹੋਣ ਤਾਂ ਸਮਾਜ ਦੇ ਵਿੱਚ ਉਸ ਮਨੁੱਖ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਪ੍ਰਵਾਨ ਉਹ ਹੁੰਦਾ ਹੈ ਸਮਾਜ ਦੇ ਵਿੱਚ ਜਿਹਦੇ ਜੀਵਨ ਦੇ ਵਿੱਚ ਗੁਣ ਹੁੰਦੇ ਹਨ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਥੇ ਉਹ ਉਦਾਹਰਨਾਂ ਵਰਤੀਆਂ ਨੇ ਸ਼ਲੋਕ ਦੇ ਵਿੱਚ ਜੋ ਹਰੇਕ ਮਨੁੱਖ ਪ੍ਰਾਣੀ ਦੇ ਨਾਲ ਵਾਪਰਦੀ ਹੈ। ਹੁਣ ਜਦੋਂ ਇਸ ਪਾਵਨ ਸ਼ਲੋਕ ਨੂੰ ਪੜ੍ਹਦੇ ਹਾਂ ਤਾਂ ਇੰਜ ਲੱਗਦਾ ਇੱਥੇ ਸਿਰਫ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਿਪਰਤ ਦੀ ਗੱਲ ਕੀਤੀ ਹੈ, ਪਰ ਨਹੀਂ। ਹਰੇਕ ਮਨੁੱਖ ਮਾਤਰ ਪ੍ਰਾਣੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮਝਾਇਆ ਹੈ। ਪਾਤਸ਼ਾਹ ਜੀ ਦੇ ਬਚਨ ਹਨ, ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਹੀ। ਜਿਹੜਾ ਮਨੁੱਖ ਆਪਣੀ ਜ਼ੁਬਾਨ ਤੋਂ ਅਕਾਲ ਪੁਰਖ ਦੀ ਸਿਫਤ ਸਲਾਹ ਨਹੀਂ ਕਰਦਾ, ਉਸਦੇ ਗੁਣਾਂ ਨੂੰ ਗਾਉਂਦਾ ਨਹੀਂ, ਜਾਂ ਕਹਿ ਲਈਏ ਆਪਣੇ ਜੀਵਨ ਦੇ ਵਿੱਚ ਗੁਣਾਂ ਨੂੰ ਧਾਰਨ ਨਾ ਕਰਕੇ ਔਗੁਣਾਂ ਦੇ ਨਾਲ ਸਾਂਝ ਪਾ ਕੇ ਰੱਖਦਾ ਹੈ, ਜਿਸ ਦੇ ਜੀਵਨ ਦੇ ਵਿੱਚ ਸਤ, ਸੰਤੋਖ, ਦਇਆ, ਧਰਮ ਵਾਲੇ ਗੁਣ ਨਹੀਂ ਹੈਗੇ। ਪਾਤਸ਼ਾਹ ਜੀ ਨੇ ਆਖਿਆ ਹੈ, ਬਿਨ ਨਾਮੈ ਰਸ ਖਾਹੀ। ਨਾਮ ਤੋਂ ਬਿਨਾ ਰਸਾਂ ਕਸਾਂ ਦੇ ਵਿੱਚ ਫਸਿਆ ਰਹਿੰਦਾ ਹੈ। ਰਸਾਂ ਕਸਾਂ ਦੇ ਵਿੱਚ ਫਸ ਕੇ ਆਪਣੇ ਜੀਵਨ ਨੂੰ ਖੁਆਰ ਕਰਦਾ ਹੈ। ਤਾਂ ਹੀ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਇਹ ਪਾਵਨ ਬੋਲ ਦਰਜ ਕੀਤੇ, ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਜੂਠਨ ਮੈਂ ਪਾਏ। ਨਾਮ ਤੋਂ ਬਿਨਾ ਜਿਹੜਾ ਮਨੁੱਖ ਖਾਂਦਾ ਹੈ ਤੇ ਪਹਿਨਦਾ ਹੈ, ਪਾਤਸ਼ਾਹ ਜੀ ਨੇ ਆਖਿਆ, ਜਿਉ ਕੂਕਰ ਜੂਠਨ ਮੈਂ ਪਾਏ। ਉਹ ਇੰਝ ਹੀ ਹੈ ਜਿਵੇਂ ਕੁੱਤਾ ਜੂਠੇ ਬਰਤਨਾਂ ਦੇ ਵਿੱਚ, ਭਾਂਡਿਆਂ ਦੇ ਵਿੱਚ ਮੂੰਹ ਮਾਰਦਾ ਹੈ। ਪਾਤਸ਼ਾਹ ਜੀ ਨੇ ਆਖਿਆ, ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਹੀ, ਨਾਨਕ ਇਵੇਂ ਜਾਣਿਆ ਤਿਤ ਮੁਖ ਥੁੱਕਾਂ ਪਾਹੀ। ਉਹਨਾਂ ਨੂੰ ਇਉਂ ਜਾਣੋ ਤਿਤ ਮੁਖ ਥੁੱਕਾਂ ਪਾਹੀ। ਥੁੱਕਾਂ ਪੈਣ ਦਾ ਮਤਲਬ ਹੈ ਬੇਇੱਜ਼ਤ ਹੋਣਾ। ਹੁਣ ਇਸ ਪਾਵਨ ਸ਼ਲੋਕ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੀ ਹੀ ਖੂਬਸੂਰਤ ਉਦਾਹਰਨ ਵਰਤੀ ਹੈ। ਤੇ ਨਾਲ ਇਹ ਗੱਲ ਸਾਂਝੀ ਹੋਰ ਕਰਦੇ ਹਾਂ, ਜਦੋਂ ਅਸੀਂ ਪਾਵਨ ਬਾਣੀ ਦੇ ਬਚਨਾਂ ਨੂੰ ਪੜ੍ਹਦੇ ਹਾਂ ਤਾਂ ਪਾਤਸ਼ਾਹੀ ਦੇ ਬੋਲ ਨੇ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤ ਭੁਜ ਕਾਮ ਨਾਹੀ, ਕਿਆ ਸੁਲਤਾਨ ਸਲਾਮ ਵੀ ਹੋਣਾ, ਅੰਧੀ ਕੋਠੀ ਤੇਰਾ ਨਾਮ ਨਾਹੀ। ਗਾਂ ਦੁੱਧ ਦਿੰਦੀ ਹੈ ਤਾਂ ਕਦਰ ਹੈ। ਮਾਈਕ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਠੀਕ ਹੈ, ਖਰਾਬ ਹੋ ਜਾਵੇਗਾ ਪਾਸੇ ਰੱਖ ਦੇਵਾਂਗੇ, ਨਵਾਂ ਇੱਥੇ ਲਿਆ ਕੇ ਰੱਖ ਦੇਵਾਂਗੇ। ਘੜੀ ਦਾ ਗੁਣ ਹੈ ਟਾਈਮ ਦੱਸਣਾ, ਪਰ ਜੇਕਰ ਇਹਨਾਂ ਦਾ ਇਹ ਗੁਣ ਖਤਮ ਹੋ ਜਾਵੇ, ਗਾਂ ਦਾ ਦੁੱਧ ਦੇਣ ਵਾਲਾ ਗੁਣ ਖਤਮ ਹੋ ਜਾਵੇ, ਪੱਠੇ ਟਾਈਮ ਤੇ ਨਹੀਂ ਪੈਂਦੇ, ਜਾਂ ਬਹੁਤਾਤ ਲੋਕ ਤਾਂ ਗਲੀਆਂ ਦੇ ਵਿੱਚ ਡੰਡੇ ਖਾਣ ਨੂੰ ਛੱਡ ਦਿੰਦੇ ਨੇ। ਘੜੀ ਖਰਾਬ ਹੋ ਜਾਵੇ, ਟਾਈਮ ਨਾ ਦੱਸੇ ਲਾ ਕੇ ਰੱਖ ਦਿੱਤੀ ਜਾਂਦੀ ਹੈ, ਨਵੀਂ ਗੁੱਟ ਤੇ ਮਨੁੱਖ ਬੰਨ ਲੈਂਦਾ ਹੈ। ਮਾਈਕ ਖਰਾਬ ਹੋ ਜਾਵੇ, ਗੁਣ ਖਤਮ, ਮਾਈਕ ਸਾਈਡ ਤੇ ਰੱਖ ਦਿੱਤਾ, ਨਵਾਂ ਲਿਆ ਕੇ ਲਾ ਲਿਆ। ਹੁਣ ਜਿਸ ਮਨੁੱਖ ਦੇ ਜੀਵਨ ਦੇ ਵਿੱਚੋਂ ਸਤ, ਸੰਤੋਖ, ਦਇਆ, ਧਰਮ, ਗੁਣ, ਚੰਗਿਆਈਆਂ, ਤੱਤ ਇਹ ਖਤਮ ਹੋ ਜਾਣ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਨਾਨਕ ਇਵੇਂ ਜਾਣੀਆਂ ਤਿਤ ਮੁਖ ਥੁੱਕਾਂ ਪਾਹੀ। ਇੱਕ ਉਦਾਹਰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜੀ ਬਾਕਮਾਲ ਵਰਤੀ ਪਾਵਨ ਸ਼ਲੋਕ ਦੇ ਵਿੱਚ। ਪਾਤਸ਼ਾਹ ਜੀ ਜਿੱਥੇ ਆਖਿਆ ਹੈ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਦਾਹਰਨ ਲਈ। ਹੁਣ ਇਹਨਾਂ ਨੂੰ ਦੇਵਤੇ ਤੇ ਕਿਉਂ ਆਖਿਆ? ਕਿਉਂਕਿ ਇਹਨਾਂ ਤੋਂ ਸਾਨੂੰ એનર્ਜੀ ਪ੍ਰਾਪਤ ਹੁੰਦੀ ਹੈ, ਤਾਕਤ ਦਿੰਦੇ ਨੇ, ਮਨੁੱਖ ਖਾਂਦਾ ਹੈ, ਊਰਜਾ ਪ੍ਰਾਪਤ ਹੁੰਦੀ ਹੈ ਸਾਨੂੰ ਇਹਨਾਂ ਤੋਂ, ਜਿਹਦੇ ਨਾਲ ਬੰਦਾ ਟੁਰਿਆ ਫਿਰਦਾ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ। ਇਸ ਹਿਸਾਬ ਦੇ ਨਾਲ ਘਿਓ ਨੂੰ 5ਵੇਂ ਨੰਬਰ ਤੇ ਰੱਖਿਆ ਗਿਆ। ਇਹ ਬੜੇ ਸਵਾਦਿਸ਼ਟ ਨੇ, ਖਾਣ ਦੇ ਵਿੱਚ ਚੰਗੇ ਨੇ, ਤਾਕਤ ਦਿੰਦੇ ਨੇ, ਮਨੁੱਖ ਖਾਂਦਾ ਤੇ એનર્ਜੀ ਪ੍ਰਾਪਤ ਹੁੰਦੀ ਹੈ, ਤਾਂ ਇਹਨਾਂ ਨੂੰ ਦੇਵਤੇ ਆਖਿਆ।
ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੀ ਇੱਥੇ ਉਦਾਹਰਨ ਵਰਤੀ ਹੈ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹਨਾਂ ਤੋਂ ਜਦੋਂ ਭੋਜਨ ਤਿਆਰ ਕੀਤਾ ਜਾਂਦਾ, ਅੰਨ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਣਗੀਆਂ, ਮੱਕੀ, ਕਣਕ, ਚੌਲ, ਆਟਾ, ਸਭ ਕੁਝ ਆਵੇਗਾ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ, ਕਿਰਤ ਨੂਨ ਦੇ ਨਾਲ ਘਿਓ ਪਾ ਕੇ ਪਾਣੀ ਦੇ ਨਾਲ ਅੱਗ ਦੇ ਉੱਤੇ ਪਕਾ ਕੇ ਜਦੋਂ ਭੋਜਨ ਤਿਆਰ ਕੀਤਾ ਜਾਂਦਾ ਹੈ। ਹੁਣ ਤਿੰਨਾਂ ਤੋਂ ਗੱਲਾਂ ਵਾਪਰਦੀਆਂ ਨੇ। ਪਹਿਲਾਂ ਤਾਂ ਜਦੋਂ ਭੋਜਨ ਇਹਨਾਂ ਚੀਜ਼ਾਂ ਦੇ ਨਾਲ ਤਿਆਰ ਕੀਤਾ ਜਾਂਦਾ, ਸੁਗੰਧੀ ਬੜੀ ਸੋਹਣੀ ਆਉਂਦੀ ਹੈ, ਸਮੈਲ ਬਹੁਤ ਹੀ ਸੋਹਣੀ ਆਉਂਦੀ ਹੈ। ਦੇਸੀ ਘਿਓ ਦਾ ਤੜਕਾ ਲੱਗਦਾ ਹੋਵੇ ਤਾਂ ਬੰਦਾ ਦੂਰੋਂ ਹੀ ਪਹਿਚਾਣ ਜਾਂਦਾ, ਭਾਵੇਂ ਖਾਧੀ ਨਹੀਂ ਕਿ ਦੇਸੀ ਘਿਓ ਦਾ ਤੜਕਾ ਲੱਗ ਰਿਹਾ, ਕੋਈ ਵਧੀਆ ਚੀਜ਼ ਹੈ ਜਿਹੜੀ ਉਹ ਬਣ ਰਹੀ ਹੈ। ਪਹਿਲੀ ਗੱਲ, ਸਮੈਲ ਦੇ ਵਿੱਚ ਸੁਗੰਧੀ ਬੜੀ ਸੋਹਣੀ ਆਉਂਦੀ ਹੈ। ਜਦੋਂ ਇਹਨਾਂ ਚੀਜ਼ਾਂ ਤੋਂ ਭੋਜਨ ਤਿਆਰ ਹੁੰਦਾ, ਅੱਖਾਂ ਦੇ ਨਾਲ ਵੇਖਣ ਨੂੰ ਬਹੁਤ ਸੋਹਣਾ ਲੱਗਦਾ। ਤੀਜੇ ਨੰਬਰ ਤੇ ਗੱਲ ਆਉਂਦੀ ਹੈ, ਜਦੋਂ ਬੰਦਾ ਉਸ ਭੋਜਨ ਨੂੰ ਖਾਂਦਾ ਤਾਂ ਸਵਾਦ ਵੀ ਇਹਨਾਂ ਚੀਜ਼ਾਂ ਤੋਂ ਲੈਂਦਾ। ਅਗਲੀ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀ ਕੀਤੀ ਹੈ ਨਾ, ਪਾਤਸ਼ਾਹ ਜੀ ਨੇ ਆਖੀ ਜਦੋਂ ਸੁਗੰਧੀ ਵੀ ਲੈ ਲਈ, ਇਹਨਾਂ ਅੱਖਾਂ ਦੇ ਨਾਲ ਵੇਖਣ ਨੂੰ ਸੋਹਣਾ ਵੀ ਲੱਗ ਰਿਹਾ, ਖਾ ਵੀ ਲਿਆ, ਸਵਾਦ ਵੀ ਲੈ ਲਿਆ, ਜਦੋਂ ਤੱਕ ਸਰੀਰ ਤੋਂ ਬਾਹਰ ਹੈ ਸਮੈਲ ਵੀ ਸੋਹਣੀ ਹੈ, ਅੱਖਾਂ ਦੇ ਨਾਲ ਵੇਖਣ ਨੂੰ ਸੋਹਣਾ ਲੱਗ ਰਿਹਾ, ਜਦੋਂ ਖਾਧਾ ਸਵਾਦ ਵੀ ਲੈ ਲਿਆ, ਪਰ ਜਦੋਂ ਤਨ ਦੇ ਅੰਦਰੋਂ ਹੋ ਕੇ ਇਹ ਬਾਹਰ ਆਇਆ, ਚਾਹੇ ਉਹ ਉਲਟੀ ਦੇ ਰੂਪ ਦੇ ਵਿੱਚ ਆ ਜਾਵੇ, ਚਾਹੇ ਉਹ ਵਿਸ਼ਟਾ ਦੇ ਰੂਪ ਦੇ ਵਿੱਚ ਆ ਜਾਵੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਜਦੋਂ ਤਨ ਤੋਂ ਬਾਹਰ ਸੀ, ਸਰੀਰ ਤੋਂ ਬਾਹਰ ਸੀ, ਬੜਾ ਸੋਹਣਾ ਲੱਗ ਰਿਹਾ ਸੀ, ਸੁਗੰਧੀ ਬੜੀ ਸੋਹਣੀ ਸੀ, ਖਾਣ ਦੇ ਵਿੱਚ ਸਵਾਦ ਵੀ ਆ ਰਿਹਾ ਸੀ, ਪਰ ਜਦੋਂ ਸਰੀਰ ਦੇ ਤਨ ਦੇ ਅੰਦਰ ਗਿਆ, ਜਦੋਂ ਬੋਡੀ ਨੇ ਰਸ ਸਾਰਾ ਲੈ ਲਿਆ, ਬਾਅਦ ਵਿਸ਼ਟਾ ਦੇ ਰੂਪ ਦੇ ਵਿੱਚ ਬਾਹਰ ਆਇਆ, ਤਾਂ ਲੋਕ ਉਹਦੇ ਉੱਤੇ ਥੁੱਕਾਂ ਸੜਦੇ ਨੇ। ਜਿਹੜਾ ਸਰੀਰ ਤੋਂ ਬਾਹਰ ਸੀ ਬੜਾ ਸੋਹਣਾ ਵੀ ਲੱਗ ਰਿਹਾ ਸੀ, ਸੁਗੰਧੀ ਬੜੀ ਸੋਹਣੀ ਆ ਰਹੀ ਸੀ, ਤੇ ਜਿਹਦੇ ਵਿੱਚ ਸਵਾਦ ਵੀ ਆ ਰਿਹਾ ਸੀ, ਹੁਣ ਉਹਦੇ ਵਿੱਚੋਂ ਰਸ ਬੋਡੀ ਨੇ ਲੈ ਲਿਆ, ਫੋਕ ਹੈ ਜਿਹੜੀ ਉਹ ਬਾਹਰ ਆਈ, ਜਦੋਂ ਥੁੱਕਾਂ ਸੁੱਟਦੀਆਂ ਨੇ। ਕਿਉਂ? ਕਿਉਂਕਿ ਉਹਦੇ ਵਿੱਚ ਹੁਣ ਸੁਗੰਧੀ ਵੀ ਉਹ ਨਹੀਂ ਹੈ, ਉਹ ਦੁਰਗੰਧ ਦੇ ਵਿੱਚ ਤਬਦੀਲ ਹੋ ਗਈ ਹੈ। ਉਹਦੇ ਵਿੱਚ ਹੁਣ ਉਹ ਜਿਹੜਾ ਹੈ ਅੱਖਾਂ ਨੂੰ ਵੇਖਣ ਨੂੰ ਸੋਹਣਾ ਹੀ ਲੱਗਦਾ, ਤੇ ਉਹਦੇ ਉੱਤੇ ਮਨੁੱਖ ਥੁੱਕਾਂ ਸੁੱਟਦਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਦਾਹਰਨ ਵਰਤੀ, ਕਹਿੰਦੇ ਇਸੇ ਤਰ੍ਹਾਂ ਜਿਸ ਜੀਵਨ ਦੇ ਵਿੱਚੋਂ ਪਾਤਸ਼ਾਹ ਜੀ ਕਹਿੰਦੇ ਗੁਣ ਚੰਗਿਆਈਆਂ ਤੱਤ ਖਤਮ ਹੋ ਜਾਂਦੇ ਨੇ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਵੀ ਹਰੇਕ ਥਾਂ ਤੇ ਬੇਇੱਜ਼ਤ ਹੁੰਦਾ ਹੈ, ਆਪਣੀ ਬੇਇੱਜ਼ਤੀ ਕਰਾਉਂਦਾ ਹੈ ਜਿਸ ਜੀਵਨ ਦੇ ਵਿੱਚ ਗੁਣ ਨਹੀਂ ਰਹਿ ਜਾਂਦੇ। ਕਿਉਂਕਿ ਜਿਹੜੀ ਪਾਵਨ ਪੌੜੀ ਇਸ ਪਾਵਨ ਸ਼ਲੋਕ ਦੇ ਨਾਲ ਆਈ ਹੈ, ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸੀ, ਮੂਰਖ ਹੈ ਨਾਲ ਨਾ ਲੁੱਝੀਏ, ਕੀਤਾ ਆਪੋ ਆਪਣਾ ਆਪੇ ਲੇਖਾ ਸੰਢੀਏ। ਗੁਣ ਹੋਣਗੇ ਸਮਾਜ 'ਚ ਪ੍ਰਵਾਨ ਹੈ, ਜੇਕਰ ਨਹੀਂ ਤਾਂ ਸਮਾਜ 'ਚ ਕੋਈ ਇੱਜ਼ਤ ਨਹੀਂ ਹੈ। ਮੂਰਖ ਹੈ ਨਾ ਲੁੱਝੀਏ, ਜਦੋਂ ਕੰਮ ਹੀ ਇਹੋ ਜਿਹੇ ਕੀਤੇ ਜਿਹਦੇ ਨਾਲ ਮੂਰਖਪੁਣਾ ਵੱਧਦਾ ਗਿਆ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾਨਕ ਇਵੇਂ ਜਾਣੀਏ ਤਿਤ ਮੁਖ ਥੁੱਕਾਂ ਪਾਹੀ। ਜਿਸ ਤਰ੍ਹਾਂ ਜਦੋਂ ਭੋਜਨ ਸਰੀਰ ਤੋਂ ਬਾਹਰ ਸੀ, ਸੁਗੰਧੀ ਬੜੀ ਸੋਹਣੀ ਸੀ, ਅੱਖਾਂ ਨੂੰ ਵੇਖਣ ਨੂੰ ਸੋਹਣਾ ਲੱਗ ਰਿਹਾ ਸੀ, ਸਵਾਦ ਵੀ ਆ ਰਿਹਾ ਸੀ ਚਬਾਉਣ ਦੇ ਉੱਤੇ, ਪਰ ਜਦੋਂ ਬੋਡੀ ਦੇ ਵਿੱਚੋਂ ਹੋ ਕੇ ਬਾਹਰ ਆਇਆ, ਸਰੀਰ ਤਾਂ ਸਾਡਾ ਹੀ ਹੈ ਨਾ, ਢਿੱਡ ਨੇ ਤਾਂ ਸਾਡੇ ਨੇ ਕੰਮ ਕੀਤਾ, ਉਸ ਨੂੰ ਇਹੋ ਜਿਹਾ ਬਣਾਇਆ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਿ ਜਦ ਬਾਹਰ ਆਇਆ, ਉਦੋਂ ਤੇ ਥੁੱਕਾਂ ਪੈ ਰਹੀਆਂ ਨੇ। ਕਿਉਂ? ਕਿਉਂਕਿ ਉਹਦੇ ਵਿੱਚ ਉਹ ਸੁਗੰਧੀ ਨਹੀਂ ਰਹਿ ਗਈ, ਉਹ ਅੱਖਾਂ ਨੂੰ ਵੇਖਣ ਨੂੰ ਸੋਹਣਾ ਨਹੀਂ ਲੱਗ ਰਿਹਾ, ਉਹ ਸਵਾਦ ਉਹਦੇ ਵਿੱਚ ਨਹੀਂ ਰਹਿ ਜਾਂਦਾ ਜਿਹੜਾ ਤਨ ਤੋਂ ਬਾਹਰ ਹੋਣ ਦੇ ਸਮੇਂ ਸੀ। ਹੁਣ ਥੁੱਕਾਂ ਕਿਉਂ ਪੈਂਦੀਆਂ ਨੇ? ਕਿਉਂਕਿ ਉਹਦੇ ਵਿੱਚ ਉਹ ਰਸ ਉਹ ਅੱਖਾਂ ਨੂੰ ਵੇਖਣ ਵਾਲ ਨੂੰ ਚੰਗਾ ਨਹੀਂ ਲੱਗਦਾ, ਤੇ ਉਹਦੇ ਉੱਤੇ ਮਨੁੱਖ ਥੁੱਕਾਂ ਸੁੱਟਦਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜਿਸ ਜੀਵਨ ਦੇ ਵਿੱਚੋਂ ਇਹ ਗੁਣ ਚੰਗਿਆਈਆਂ ਤੱਤ ਖਤਮ ਹੋ ਜਾਣ, ਤੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਇੰਜ ਜਾਣੋ ਤਿਤ ਮੁਖ ਥੁੱਕਾਂ ਪਾਹੀ। ਜਿਸ ਤਰ੍ਹਾਂ ਵਿਸ਼ਟਾ ਤੇ ਥੁੱਕਾਂ ਪੈਂਦੀਆਂ ਨੇ, ਉਹ ਮਨੁੱਖ ਹਰੇਕ ਥਾਂ ਤੇ ਬੇਇੱਜ਼ਤ ਹੁੰਦਾ ਹੈ, ਜਿਸ ਦੇ ਜੀਵਨ ਦੇ ਵਿੱਚ ਕੋਈ ਗੁਣ ਨਹੀਂ ਰਹਿ ਜਾਂਦਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੇਖੋ ਕਿੱਡੀ ਬਾ ਕਮਾਲ ਉਦਾਹਰਨ ਵਰਤੀ ਹੈ, ਤੇ ਇਹ ਹਰੇਕ ਮਨੁੱਖ ਪ੍ਰਾਣੀ ਦੇ ਨਾਲ ਵਾਪਰਦੀ ਵੀ ਹੈ। ਹੁਣ ਪਹਿਲੀ ਪੰਕਤੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਰਮਾਇਆ, ਪਹਿਲਾਂ ਸੁੱਚਾ ਆਪ ਹੋਏ ਸੁੱਚੈ ਬੈਠਾ ਆਏ। ਹੁਣ ਇੱਥੇ ਵਿਪਰ ਦੀ ਉਦਾਹਰਨ ਲਈ ਹੈ, ਕਿਉਂਕਿ ਜਿਹੜੇ ਸੁਚੰਦਾ ਦੀ ਗੱਲ ਹੈ ਨਾ, ਉਹ ਵਿਪਰ ਬਹੁਤ ਕਰਦਾ ਸੀ। ਕਾਰਾਂ ਕੱਢ ਲੈਣੀਆਂ, ਲੱਕੜਾਂ ਧੋ ਕੇ ਜਿਸ ਥਾਂ ਤੇ ਬਹਿਣਾ ਉਸਦੀ ਚੰਗੀ ਤਰ੍ਹਾਂ ਸਾਫ਼ ਸਫਾਈ ਕਰਨੀ, ਕੋਈ ਹੱਥ ਲਾ ਦੇਵੇ ਤਾਂ ਪਿੱਟਿਆ ਨਾ ਜਾਵੇ, ਉਹ ਚੀਜ਼ ਨਾ ਖਾਣੀ,
ਉਹਨਾਂ ਦੇ ਵਰਗਿਆਂ ਨੇ ਜੇਕਰ ਉਹ ਭੋਜਨ ਤਿਆਰ ਕੀਤਾ ਤਾਂ ਛਕਣਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਇਸ ਤੋਂ ਵੱਡੀ ਸੁਚਮਤਾ ਵੀ ਕੋਈ ਕਰ ਨਹੀਂ ਸਕਦਾ ਜਿਵੇਂ ਦੀ ਵਿਪਰ ਕਰਦਾ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਦੀ ਉਦਾਹਰਨ ਵਰਤੀ ਤੇ ਉਪਦੇਸ਼ ਸਾਨੂੰ ਸਾਰਿਆਂ ਨੂੰ ਦਿੱਤਾ। ਕਹਿੰਦੇ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ। ਅੱਜ ਵੈਸੇ ਸਾਡੇ ਵਿੱਚ ਵੀ ਇਹੋ ਜਿਹੇ ਕਈ ਪੈਦਾ ਹੋ ਗਏ ਨੇ ਜਿਹੜੇ ਕਿਸੇ ਦੇ ਹੱਥ ਦਾ ਬਣਿਆ ਖਾਂਦੇ ਨਹੀਂ। ਜਦੋਂ ਪ੍ਰਸ਼ਾਦਾ ਛਕਣਾ ਕੇਸੀ ਇਸ਼ਨਾਨ ਕਰਕੇ ਪਿੰਡਾ ਨਹਾ ਕੇ ਚਿੱਟਾ ਕਪੜਾ ਥੱਲੇ ਵਿਛਾ ਕੇ ਫਿਰ ਭੋਜਨ ਜਿਹੜਾ ਛਕਣਾ। ਸਰੀਰ ਦੀ ਸਫਾਈ ਜ਼ਰੂਰੀ ਹੈ, ਲੋੜ ਹੈ। ਪਰ ਜਿਸ ਤਰ੍ਹਾਂ ਵਿਪਰ ਪਖੰਡ ਕਰਦਾ ਸੀ ਨਾ, ਜਿਵੇਂ ਅਸੀਂ ਪਿੱਛੇ ਵੀ ਪੜ੍ਹ ਕੇ ਆਏ ਹਾਂ, ਸ਼ਲੋਕ ਵਿਚਾਰਿਆ ਸੀ ਕਿ ਮਤ ਪਿੱਟੈ ਵੀ ਮਤ ਪਿੱਟੈ ਇਹ ਅੰਨ ਸਾਡਾ ਫਿੱਟੈ ਤਨ ਫਿੱਟੈ ਫੀੜ ਕਰੇਨ ਮਨ ਝੂਠੇ ਝੂਲੀ ਪਰੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਆਏ। ਪਹਿਲਾਂ ਜਿਹੜਾ ਵਿਪਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹਾ ਧੋ ਕੇ ਆਪਣੇ ਹਿਸਾਬ ਦੇ ਨਾਲ ਪਵਿੱਤਰ ਹੋ ਗਿਆ, ਸਮਝਦਾ ਕਿ ਮੈਂ ਪਵਿੱਤਰ ਹੋ ਗਿਆ ਨਹਾ ਧੋ ਕੇ। ਪਹਿਲਾਂ ਸੁੱਚਾ ਆਪ ਹੋਏ ਸੁੱਚੇ ਬੈਠਾ ਹੈ, ਫਿਰ ਉਸ ਥਾਂ ਤੇ ਚੌਂਕੇ ਦੇ ਉੱਤੇ ਆ ਕੇ ਬੈਠਦਾ ਹੈ। ਕਿਉਂਕਿ ਉਹ ਜਿਹੜੀ ਪਵਿੱਤਰਤਾ ਕਰਦਾ ਸੀ, ਗਾਂ ਦਾ ਗੋਬਰ ਫੇਰ ਕੇ ਕਾਰਾਂ ਕੱਢਣੀਆਂ, ਗਊ ਬਿਰਾਮਣ ਕਉ ਕਰ ਲਾਵੋ ਗੋਬਰ ਤਰ ਨਾ ਜਾਈ, ਧੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾਂ ਖਾਈ, ਅੰਤਰ ਪੂਜਾ ਪੜ੍ਹੇ ਕਤੇਬਾ ਸੰਜਮ ਤੁਰਕਾ ਪਾਈ, ਛੋਡੀ ਦੇ ਪਖੰਡਾ ਨਾਮ ਲੈ ਜਾਹੀ ਤਰੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਪਖੰਡ ਛੱਡ। ਹੁਣ ਇੱਥੇ ਪਾਤਸ਼ਾਹ ਜੀ ਦੇ ਬਚਨ ਨੇ ਪਹਿਲਾਂ ਸੁੱਚਾ ਆਪ ਹੋਏ ਸੁੱਚਾ ਬੈਠਾ ਹੈ। ਪਹਿਲਾਂ ਨਹਾਤਾ ਧੋਤਾ ਤੇ ਚੌਂਕੀ ਉੱਤੇ ਆ ਕੇ ਬੈਠਾ, ਜਿਹੜਾ ਉਸ ਦੇ ਹਿਸਾਬ ਦੇ ਨਾਲ ਸੁੱਚਾ ਹੈ, ਜਿਹਨੂੰ ਕਾਰਾਂ ਕੂਰਾਂ ਕੱਢੀਆਂ ਹੋਈਆਂ ਸੀ। ਸੁੱਚਿਆਂ ਕਹਿ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ। ਹੁਣ ਸੁੱਚਾ ਹੀ ਭੋਜਨ ਹੈ ਜਿਹੜਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਸ ਦੇ ਅੱਗੇ ਜਜਮਾਨ ਉਹ ਭੋਜਨ ਲਿਆ ਕੇ ਰੱਖਦਾ ਹੈ, ਜਿਹੜਾ ਉਸ ਦੇ ਵਰਗਿਆਂ ਨੇ ਬਣਾਇਆ ਹੈ। ਉਸ ਦੇ ਹਿਸਾਬ ਦੇ ਨਾਲ ਤੇ ਕਿਸੇ ਨੇ ਹੱਥ ਨਹੀਂ ਲਾਇਆ, ਕਿਸੇ ਦੂਜੇ ਨੇ। ਕਹੀ ਜਾਂਦੀ ਨੀਵੀਂ ਜਾਤ ਨੇ, ਪਰ ਗੁਰਬਾਣੀ ਨੇ ਕਿਸੇ ਜਾਤ ਪਾਤ ਨੂੰ ਮੰਨਿਆ ਨਹੀਂ। ਗੁਰਬਾਣੀ ਨੇ ਆਖਿਆ ਖਸਮ ਮਿਸਾਰ ਹੈ ਤੇ ਏਕਮ ਜਾਤ, ਨੀਵੀਂ ਜਾਤ ਵਾਲਾ ਉਹ ਹੈ ਜਿਹਨੇ ਅਕਾਲ ਪੁਰਖ ਪਰਮਾਤਮਾ ਨੂੰ ਵਿਸਾਰਿਆ। ਸੁਖ ਹੈ ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਟਿਓ ਜਾਏ। ਜਜਮਾਨ ਲਿਆ ਕੇ ਜਿਹੜਾ ਉਸ ਦੇ ਹਿਸਾਬ ਦੇ ਨਾਲ ਹਜੇ ਸੁੱਚਾ ਕਿਸੇ ਨੇ ਹੱਥ ਨਹੀਂ ਲਾਏ, ਉਹ ਭੋਜਨ ਲਿਆ ਕੇ ਅੱਗੇ ਰੱਖਿਆ। ਕੋਈ ਨਾ ਪਿੱਟਿਓ ਜਾਏ, ਜਿਹੜਾ ਹਜੇ ਪਿੱਟਿਆ ਨਹੀਂ, ਕਿਸੇ ਦੇ ਹੱਥ ਨਹੀਂ ਲੱਗੇ, ਸਿਰਫ ਉਹਦੇ ਹੱਥ ਲੱਗੇ ਨੇ ਜਿਹਦੇ ਉਸ ਦੇ ਵਰਗੇ ਨੇ, ਵਿਪਰ ਵਰਗੇ ਨੇ, ਉਹਨਾਂ ਨੇ ਜਿਹਨਾਂ ਤਿਆਰ ਕੀਤਾ ਉਹਨਾਂ ਦੇ ਹੱਥ ਲੱਗੇ ਨੇ। ਵਿਪਰ ਦੇ ਹਿਸਾਬ ਦੇ ਨਾਲ ਜੋ ਪਿੱਟਿਆ ਨਹੀਂ ਉਹਦੇ ਵਰਗਿਆਂ ਨੇ ਹੱਥ ਲਾਏ ਨੇ। ਕੋਈ ਨਾ ਪਿੱਟਿਓ ਜਾਏ। ਸੁੱਚਾ ਹੋਏ ਕਿ ਜੀਵਿਆ ਲੱਗਾ ਪੜਨ ਸਲੋਕ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵਿਪਰ ਸੁੱਚਾ ਹੋ ਕੇ ਭੋਜਨ ਨੂੰ ਖਾਂਦਾ ਹੈ ਤੇ ਸ਼ਲੋਕ ਪੜਨ ਲੱਗਦਾ ਹੈ। ਜਿਹੜੀ ਉਹ ਮਰਿਆਦਾ ਨਿਭਾਉਂਦਾ ਸੀ, ਜਿਹੜੀ ਉਹ ਰੀਤੀ ਰਸਮ ਕਰਦਾ ਸੀ, ਜਾਂ ਕੋਈ ਗਾਇਤਰੀ ਮੰਤਰ ਪੜ੍ਹਦਾ ਸੀ, ਕੁਝ ਵੀ ਸੀ, ਉਸਨੇ ਉਹ ਮੰਤਰ ਹੈ ਜਿਹੜਾ ਉਹ ਪੜ੍ਹਿਆ, ਉਹ ਸ਼ਲੋਕ ਪੜ੍ਹਿਆ। ਸੁੱਚਾ ਹੋਈ ਕੇ ਜੀਵਿਆ ਲੱਗਾ ਪੜਨ ਸਲੋਕ, ਕੋ ਹੱਥੀ ਜਾਈ ਸਟਿਆ ਕਿਸੇ ਲੱਗਾ ਦੁੱਖ। ਸੁੱਚਾ ਹੋਈ ਕੇ ਜੀਵਿਆ ਲੱਗਾ ਪੜਨ ਸਲੋਕ, ਕੋ ਹੱਥੀ ਜਾਈ ਸਟਿਆ ਕਿਸੇ ਲੱਗਾ ਦੁੱਖ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਿਆ, ਪਾਤਸ਼ਾਹ ਜੀ ਨੇ ਆਖਿਆ, ਪਰ ਇਸ ਪਵਿੱਤਰ ਭੋਜਨ ਨੂੰ ਜਿਹੜਾ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤਾਂ ਤਿਆਰ ਹੋਇਆ ਸੀ। ਕਹਿੰਦੇ ਇਸ ਭੋਜਨ ਨੂੰ ਖਾਧਾ ਵਿਪਰ ਨੇ ਸੁੱਚਾ ਹੋਈ ਕੇ ਜੀਵਿਆ ਲੱਗਾ ਪੜਨ ਸਲੋਕ, ਜੀਵਿਆ ਭਵ ਖਾਧਾ, ਕੋ ਹੱਥੀ ਜਾਈ ਸਟਿਆ ਕਿਸੇ ਲੱਗਾ ਦੋ। ਹੁਣ ਉੱਥੇ ਸਟਿਆ ਜਿਸ ਢਿੱਡ ਨੇ ਇਸ ਨੂੰ ਗੰਦਾ ਬਣਾਇਆ, ਕੋ ਹੱਥੀ ਜਾਈ ਸਟਿਆ ਕਿਸੇ ਲੱਗਾ ਦੋਖ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਗੰਦੇ ਥਾਂ ਭਾਵ ਢਿੱਡ ਵਿੱਚ ਪਾ ਲੈਂਦਾ ਹੈ ਉਸ ਪਵਿੱਤਰ ਭੋਜਨ ਨੂੰ ਜਿਹੜਾ ਇਹਨਾਂ ਚੀਜ਼ਾਂ ਤੋਂ ਤਿਆਰ ਹੋਇਆ, ਜਿਸ ਨੇ ਸਾਨੂੰ એનર્ਜੀ ਦੇਣੀ ਹੈ। ਗੰਦੇ ਥਾਂ ਸੁੱਟਣ ਦਾ ਦੋਸ਼ ਕਿਸ ਤੇ ਆਇਆ? ਗੰਦੇ ਥਾਂ ਦੇ ਸੁੱਟ ਲਿਆ, ਬਾਹਰੀ ਤੌਰ ਤੇ ਸੁੱਚ ਭੇਟ ਪੂਰੀ ਕੀਤੀ, ਕਿਸ ਦੇ ਹੱਥ ਨਹੀਂ ਲੱਗੇ, ਸ਼ਲੋਕ ਵੀ ਪੜ ਲਿਆ, ਨਾ ਧੋ ਕੇ ਬੈਠਾ, ਸੁੱਚੀ ਥਾਂ ਤੇ ਆ ਕੇ ਭੋਜਨ ਛਕਿਆ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਵਾਲ ਕੀਤਾ, ਕਹਿੰਦੇ ਕੋ ਹੱਥੀ ਜਾਈ ਸਕਿਆ ਕਿਸੇ ਲੱਗਾ ਦੋ। ਜਦੋਂ ਉਸ ਪਵਿੱਤਰ ਭੋਜਨ ਨੂੰ ਜਿੱਥੋਂ ਸਾਨੂੰ એનર્ਜੀ ਪ੍ਰਾਪਤ ਹੁੰਦੀ ਹੈ, ਜਿਹੜਾ ਸਰੀਰ ਦੇ ਵਿੱਚ ਜਾਣ ਤੋਂ ਪਹਿਲਾਂ ਸੁਗੰਧੀ ਬੜੀ ਸੋਹਣੀ ਆ ਰਹੀ ਸੀ, ਜਿਹਦੇ ਵਿੱਚੋਂ ਸਾਨੂੰ ਸਵਾਦ ਵੀ ਆ ਰਿਹਾ ਸੀ, ਜਦੋਂ ਚੱਬਿਆ ਉਸ ਨੂੰ ਖਾਧਾ, ਅੱਖਾਂ ਨੂੰ ਵੇਖਣ ਨੂੰ ਸੋਹਣਾ ਲੱਗ ਰਿਹਾ ਸੀ, ਉਸ ਨੂੰ ਢਿੱਡ ਦੇ ਵਿੱਚ ਸੱਟਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕੋ ਹੱਥੀ ਜਾਈ ਸੁੱਟਿਆ ਕਿਸੇ ਲੱਗਾ ਦੋਖ। ਉਹ ਦੋਸ਼ ਕਿਹਦੇ ਸਿਰ? ਇਹਨੂੰ ਗੰਦੀ ਥਾਂ ਤੇ ਸੁੱਟਣ।
ਹੁਣ ਜਿਹੜੀ ਉਦਾਹਰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਗੇ ਵਰਤੀ, ਕਹਿੰਦੇ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਇਹਨਾਂ ਪੰਜਾਂ ਚੀਜ਼ਾਂ ਤੋਂ ਤਿਆਰ ਕੀਤੇ ਗਏ। ਪਹਿਲੀ ਥਾਂ ਤੇ ਅੰਨ ਰੱਖਿਆ, ਦੂਜੀ ਥਾਂ ਤੇ ਪਾਣੀ ਨੂੰ, ਤੀਜੀ ਥਾਂ ਤੇ ਅੱਗ ਨੂੰ, ਚੌਥੀ ਥਾਂ ਤੇ ਲੂਣ ਤੇ ਪੰਜਵੀਂ ਥਾਂ ਤੇ ਘਿਓ ਨੂੰ ਰੱਖਿਆ। ਇਹਦੇ ਇਹਨਾਂ ਪੰਜਾਂ ਚੀਜ਼ਾਂ ਤੋਂ ਭੋਜਨ ਤਿਆਰ ਕੀਤਾ ਗਿਆ। ਵੇਖਣ ਨੂੰ ਬੜਾ ਸੋਹਣਾ ਲੱਗ ਰਿਹਾ ਹੈ, ਸੁਗੰਧੀ ਵਿੱਚੋਂ ਆ ਰਹੀ ਹੈ, ਜਦੋਂ ਖਾਧਾ ਹੈ ਤੇ ਜੋ ਸਵਾਦ ਵੀ ਆ ਰਿਹਾ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਜਦੋਂ ਇਹਨਾਂ ਪੰਜਾਂ ਚੀਜ਼ਾਂ ਤੋਂ ਭੋਜਨ ਤਿਆਰ ਕੀਤਾ ਗਿਆ, ਕਹਿੰਦੇ ਪੰਜਵਾਂ ਘਿਓ ਵੀ ਪਵਿੱਤਰ ਪਾਇਆ ਗਿਆ ਜੋ ਇਹਨਾਂ ਚੌਹਾਂ ਵਿੱਚ ਪਾਈਦਾ ਹੈ, ਤਾਂ ਭਾਵ ਇਹਨਾਂ ਪੰਜਾਂ ਨੂੰ ਰਲਾਇਆ ਗਿਆ, ਭੋਜਨ ਤਿਆਰ ਕੀਤਾ ਤਾਂ ਬੜਾ ਹੀ ਪਾਕ ਪਵਿੱਤਰ ਭੋਜਨ ਤਿਆਰ ਹੁੰਦਾ ਹੈ। ਤਾਂ ਹੋਆ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੇ ਰਸ ਖਾਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਪਾਪੀ ਸਿਉ ਤਨ ਗੱਡਿਆ, ਕਹਿੰਦੇ ਸੱਚ ਤੋਂ ਦੂਰੀ ਬਣਾਉਣ ਵਾਲਿਆ, ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਜਦੋਂ ਉਹ ਭੋਜਨ ਇਸ ਬੰਦੇ ਦੇ ਸਰੀਰ ਦੇ ਵਿੱਚ ਗਿਆ, ਜਦੋਂ ਵਿਸ਼ਟਾ ਦੇ ਰੂਪ ਦੇ ਵਿੱਚ ਬਾਹਰ ਆਇਆ, ਉਦੋਂ ਥੁੱਕਾਂ ਪੈਣੀਆਂ ਸ਼ੁਰੂ ਹੋ ਗਈਆਂ ਉਹਦੇ ਉੱਤੇ। ਜਿਹੜਾ ਪਹਿਲਾਂ ਵੇਖਣ ਨੂੰ ਬੜਾ ਸੋਹਣਾ ਲੱਗ ਰਿਹਾ ਸੀ, ਸੁਗੰਧੀ ਬੜੀ ਸੋਹਣੀ ਆ ਰਹੀ, ਜਦੋਂ ਖਾਧਾ ਸਵਾਦ ਵਿੱਚੋਂ ਆ ਰਿਹਾ ਸੀ। ਪਾਤਸ਼ਾਹ ਜੀ ਕਹਿੰਦੇ ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤੇ ਕਹਿੰਦੇ ਸੱਚ ਤੋਂ ਦੂਰੀ ਬਣਾਉਣ ਵਾਲਿਆ, ਸੱਚ ਤੋਂ ਵਾਂਝਿਆ, ਮੂਰਖ ਪੁਣੇ ਨੂੰ ਆਪਣੇ ਜੀਵਨ ਵਿੱਚ ਬੜਾਵਾ ਦੇਣ ਵਾਲਿਆ, ਕਹਿੰਦੇ ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤੇ ਜਦੋਂ ਉਹ ਭੋਜਨ ਵਿਸ਼ਟਾ ਦੇ ਰੂਪ ਦੇ ਵਿੱਚ ਸਰੀਰ ਚੋਂ ਬਾਹਰ ਆਇਆ, ਜਦੋਂ ਰਸ ਗੋੜੀ ਨੇ ਪ੍ਰਾਪਤ ਕਰ ਲਿਆ, ਉਸ ਵਿਸ਼ਟਾ ਦੇ ਉੱਤੇ ਥੁੱਕਾਂ ਪੈਂਦੀਆਂ ਨੇ। ਇਹ ਉਦਾਹਰਨ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਗੇ ਆਖਿਆ, ਜਿਤ ਮੁਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਹੀ, ਨਾਨਕ ਇਵੇਂ ਜਾਣੀਐ, ਤਿਤ ਮੁਖ ਥੁੱਕਾਂ ਪਾਹੀ। ਪਾਤਸ਼ਾਹ ਜੀ ਕਹਿੰਦੇ ਜਿਸ ਮੁਖ ਤੋਂ, ਜਿਸ ਜ਼ੁਬਾਨ ਤੋਂ ਅਕਾਲ ਪੁਰਖ ਦੀ ਸਿਫਤ ਸਲਾਹ ਨਹੀਂ ਕੀਤੀ ਜਾਂਦੀ, ਉਸਦੇ ਗੁਣਾਂ ਨੂੰ ਗਾਇਆ ਨਹੀਂ ਜਾਂਦਾ, ਜੀਵਨ ਦੇ ਵਿੱਚ ਗੁਣਾਂ ਨੂੰ ਕਮਾਇਆ ਨਹੀਂ ਜਾਂਦਾ। ਬਿਨ ਨਾਮੇ ਰਸ ਖਾਹੀ, ਨਾਮ ਤੋਂ ਬਿਨਾਂ ਹੀ ਮਨੁੱਖ ਰਸਾਂ ਕਸਾਂ ਦੇ ਵਿੱਚ ਫਸਿਆ ਪਿਆ ਤੇ ਆਪਣਾ ਜੀਵਨ ਖੁਆਰ ਕਰ ਰਿਹਾ ਹੈ। ਨਾਨਕ ਇਵੇਂ ਜਾਣੀਏ, ਕਹਿੰਦੇ ਉਸ ਮਨੁੱਖ ਨੂੰ ਇਉਂ ਜਾਣੋ, ਤਿਤ ਮੁਖ ਥੁੱਕਾਂ ਪਾਹੀ। ਜਿਸ ਤਰ੍ਹਾਂ ਉਸ ਭੋਜਨ ਦੇ ਉੱਤੇ ਥੁੱਕਾਂ ਪੈਂਦੀਆਂ ਨੇ, ਜਿਹੜਾ ਸਰੀਰ ਦੇ ਵਿੱਚੋਂ ਹੋ ਕੇ ਬਾਹਰ ਆਉਂਦਾ। ਪਹਿਲਾਂ ਬੜਾ ਸੋਹਣਾ ਲੱਗ ਰਿਹਾ ਸੀ, ਪਰ ਜਦੋਂ ਸਰੀਰ ਦੇ ਵਿੱਚੋਂ ਹੋ ਕੇ ਬਾਹਰ ਆਇਆ, ਜਦੋਂ ਬੋਡੀ ਨੇ ਰਸ ਪ੍ਰਾਪਤ ਕਰ ਲਿਆ, એનર્ਜੀ ਪ੍ਰਾਪਤ ਕਰ ਲਈ, ਜਦੋਂ ਉਹਦੇ ਵਿੱਚ ਫੋਕ ਰਹਿ ਕੇ ਵਿਸ਼ਟਾ ਦੇ ਰੂਪ ਦੇ ਵਿੱਚ ਬਾਹਰ ਆਇਆ, ਥੁੱਕਾਂ ਪੈ ਰਹੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਸੱਚ ਤੋਂ ਦੂਰੀ ਬਣਾ ਲੈਂਦਾ ਨਾ, ਤਾਂ ਸਾਨੂੰ ਪਤਾ ਹੀ ਜਿਸ ਬੰਦੇ ਦੇ ਜੀਵਨ ਦੇ ਵਿੱਚ ਗੁਣ ਨਾ ਹੋਣ ਤੇ ਉਹ ਭੈੜੇ ਕੰਮ ਇਸ ਸਮਾਜ ਦੇ ਵਿੱਚ ਕਰਦਾ ਤੇ ਹਰੇਕ ਥਾਂ ਤੇ ਬੇਇੱਜ਼ਤ ਹੁੰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤਿਤ ਮੁਖ ਥੁੱਕਾਂ ਪਾਹੀ, ਉਹ ਮਨੁੱਖ ਹਰੇਕ ਥਾਂ ਤੇ ਬੇਇੱਜ਼ਤ ਹੁੰਦਾ ਹੈ ਜਿਸ ਦੇ ਜੀਵਨ ਦੇ ਵਿੱਚ ਗੁਣ ਚੰਗਿਆਈਆਂ, ਤਤ, ਸਤ, ਸੰਤੋਖ, ਦਇਆ, ਧਨ ਵਾਲੇ ਗੁਣ ਨੇ ਰਹਿ ਜਾਂਦੇ। ਉਹ ਹਰੇਕ ਥਾਂ ਤੇ ਆਪਣੀ ਬੇਇੱਜ਼ਤੀ ਕਰਾਉਂਦਾ ਹੈ, ਕਿਉਂਕਿ ਮੂਰਖ ਹੈ, ਨਾਲ ਨਾ ਲੁੱਝੀ ਹੈ। ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਝਾਇਆ ਕਿ ਭਲਿਓ ਆਪਣੇ ਜੀਵਨ ਦੇ ਵਿੱਚ ਕੰਮ ਨਾ ਕਰੋ ਜਿਹਦੇ ਨਾਲ ਤੁਹਾਡਾ ਮੂਰਖਪੁਣਾ ਵੱਧਦਾ ਜਾਵੇ, ਉਹ ਕੰਮ ਕਰੋ ਜਿਹਦੇ ਨਾਲ ਤੁਸੀਂ ਸਮਾਜ ਦੇ ਵਿੱਚ ਪ੍ਰਵਾਨ ਹੋ ਜਾਵੋ। ਮੂਰਖ ਹੈ, ਨਾਲ ਲੁੱਝੀ ਹੈ, ਸਭ ਕੋ ਆਖੇ ਆਪਣਾ ਜਿਸ ਨਾਹੀ, ਸੋਚ ਨੂੰ ਕੱਢੀ ਹੈ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀ ਹੈ। ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀ ਹੈ। ਜੇਕਰ ਗੁਣ ਚੰਗੀਆਂ ਤਤ ਹੋਣਗੇ ਤਾਂ ਕਿਸੇ ਥਾਂ ਤੇ ਮਨੁੱਖ ਬੇਇੱਜ਼ਤ ਨਹੀਂ ਹੁੰਦਾ, ਪਰ ਜੇਕਰ ਗੁਣ ਚੰਗੀਆਂ ਤਤ ਜੀਵਨ ਦੇ ਵਿੱਚ ਨਹੀਂ, ਗੁਣ ਨਹੀਂ, ਸਤ, ਸੰਤੋਖ, ਦਇਆ, ਧਰਮ ਨਹੀਂ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਨਾਨਕ ਇਵੇਂ ਜਾਣੀਏ, ਤਿਤ ਮੁਖ ਥੁੱਕਾਂ ਪਾਹੀ। ਉਹਨਾਂ ਮਨੁੱਖਾਂ ਨੇ ਇਉਂ ਜਾਣੋ ਜਿਸ ਤਰ੍ਹਾਂ ਭੋਜਨ ਸਰੀਰ ਦੇ ਵਿੱਚੋਂ ਹੋ ਕੇ ਵਿਸ਼ਟਾ ਦੇ ਰੂਪ ਦੇ ਵਿੱਚ ਬਾਹਰ ਆਉਂਦਾ ਜਾਂ ਉਲਟੀ ਦੇ ਰੂਪ ਦੇ ਵਿੱਚ ਬਾਹਰ ਆਉਂਦਾ, ਲੋਕ ਉਹਦੇ ਥੁੱਕਾਂ ਸੁੱਟਦੇ ਨੇ, ਉਹ ਵੀ ਮਨੁੱਖ ਇਸੇ ਤਰ੍ਹਾਂ ਦਾ ਹੀ ਹੈ। ਜਦੋਂ ਜੀਵਨ ਦੇ ਵਿੱਚ ਗੁਣ ਚੰਗੀਆਂ ਤੱਤ ਰਹਿ ਨਹੀਂ ਜਾਂਦੇ, ਗੁਣ ਨਹੀਂ ਰਹਿ ਜਾਂਦੇ, ਤਾਂ ਉਹ ਮਨੁੱਖ ਹਰੇਕ ਥਾਂ ਤੇ ਬੇਇੱਜ਼ਤ ਹੁੰਦਾ ਹੈ। ਉਹ ਉਹੀ ਕੰਮ ਕਰਦਾ ਹੈ ਜਿਹਦੇ ਨਾਲ ਉਹਦਾ ਮੂਰਖਪੁਣਾ ਵੱਧਦਾ ਜਾਵੇ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਆਪਣੇ ਜੀਵਨ ਦੇ ਵਿੱਚ
ਗੁਣ ਧਾਰਨ ਕਰੋ। ਗੁਣ ਹੋਣਗੇ ਤਾਂ ਹੀ ਅਸੀਂ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ, ਸਮਾਜ ਦੇ ਵਿੱਚ ਪ੍ਰਵਾਨ ਹੋ ਸਕਦੇ ਹਾਂ। ਜੇਕਰ ਗੁਣ ਨਹੀਂ ਤਾਂ ਨਾਨਕ ਇਵੇਂ ਜਾਣੀਏ ਤਿਤ ਮੁਖ ਥੁੱਕਾ ਪਾਹੀ। ਫਿਰ ਹਰੇਕ ਥਾਂ ਤੇ ਮਨੁੱਖ ਬੇਇੱਜ਼ਤ ਹੁੰਦਾ ਹੈ। ਸੋ ਇਹ ਪਾਵਨ ਉਪਦੇਸ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਸਲੋਕ ਦੇ ਰਾਹੀਂ ਸਾਨੂੰ ਦੇਣਾ ਕੀਤਾ ਹੈ।